अस्सलाम वालेकुम जी नाज़रीन। जी तुसी तस्वीर देख रहे हो, इस लड़के का नाम है अदील शाह। अदील शाह की उम्र है 28 साल। रात को 10 बजे जिस वेले अपने घर आंदा, इसकी बेगम जी है रोटी शोटी देती है, उस तो बाद ना चाह बना के लै आती है। हालांकि ये चाह का शौकीन नहीं होंदा हैगा। वो कहती है कि चाह पी ला, तेरी थकावट उतर जाएगी। वो कहता कि मैं तेन पता चाह नहीं पींदा हैगा। वो जिद करती है कि मैं एडे प्यार नाल तेरे लिए चाह बना के लैके आई हाँ ਤੇ ਤੂੰ ਚਾਹ ਪੀ ਲਾ। ਉਹਦੇ ਵਿੱਚ ਹੁੰਦੀਆਂ ਅਸਲ ਦੇ ਵਿੱਚ ਨੀਂਦ ਦੀਆਂ ਗੋਲੀਆਂ। ਉਹਨੂੰ ਜਿਸ ਵੇਲੇ ਨੀਂਦ ਦੀਆਂ ਗੋਲੀਆਂ ਪਾ ਕੇ ਚਾਹ ਪਿਆਉਂਦੀ ਆ, ਉਹ ਬੇਹੋਸ਼ ਹੋ ਜਾਂਦਾ, ਯਾਨੀ ਉਹਨੂੰ ਨੀਂਦ ਦੀ ਘੂਕੀ ਚੜ੍ਹ ਜਾਂਦੀ ਆ। ਉਸ ਤੋਂ ਬਾਅਦ ਉਹਦੇ ਉੱਤੇ ਪੈਟਰੋਲ ਦੀ ਬੋਤਲ ਜਿਹੜੀ ਆ ਸੁੱਟ ਦਿੱਤੀ ਜਾਂਦੀ ਆ ਔਰ ਮੁਬੱਯਨਾ ਤੌਰ ਦੇ ਉੱਤੇ ਉਹਨੂੰ ਜਲਾ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ। 5 ਦਿਨ ਬਾਅਦ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਕਸੂਰ ਦਾ ਇਲਾਕਾ ਆ ਰਾਜਾ ਜੰਗ, ਉੱਥੇ ਦਾ ਇਹ ਵਾਕਿਆ ਹੈ। ਉੱਥੇ ਇੱਕ ਫੈਮਿਲੀ ਰਹਿੰਦੀ ਹੈ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਹੈ ਇਕਬਾਲ ਸ਼ਾਹ। ਇਹ ਬੇਟਾ ਸੀ ਜਿਹੜਾ ਅਦੀਲ ਸ਼ਾਹ, ਇਕਬਾਲ ਦਾ ਬੇਟਾ ਸੀ। ਇਹਦੀ ਉਮਰ 28 ਸਾਲ ਆ। ਅਦੀਲ ਸ਼ਾਹ ਜਿਸ ਵੇਲੇ ਬੜਾ ਹੋਇਆ, ਜਵਾਨ ਹੋਇਆ, 2019 ਦੇ ਵਿੱਚ ਅੱਜ ਤੋਂ 7 ਸਾਲ ਪਹਿਲਾਂ ਇਹਦੇ ਵਾਲਦ ਨੇ ਇੱਕ ਅਨਮ ਨਾਮੀ ਲੜਕੀ ਜਿਹੜੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਸੀ, ਉਹਦੇ ਨਾਲ ਸ਼ਾਦੀ ਕਰ ਦਿੱਤੀ ਗਈ। ਅੱਲਾਹ ਤਾਲਾ ਨੇ ਅਨਮ ਔਰ ਇਕਬਾਲ ਨੂੰ 3 ਬੱਚੇ ਦਿੱਤੇ, ਜਿਹਦੇ ਵਿੱਚ ਇੱਕ ਬੇਟੀ ਔਰ 2 ਬੇਟੇ। ਅੱਲਾਹ ਤਾਲਾ ਨੇ 3 ਬੱਚੇ ਇਹਨਾਂ ਨੂੰ ਦਿੱਤੇ। ਤੇ ਉਸ ਤੋਂ ਬਾਅਦ ਅਦੀਲ ਸ਼ਾਹ ਜਿਹੜਾ ਸੀ ਇਹ ਦਿਹਾੜੀ ਦੱਪਾ ਕਰਦਾ ਸੀ, ਆਪਣਾ ਗੁਜ਼ਾਰਾ ਕਰਦਾ ਸੀ। ਦਿਹਾੜੀ ਕਦੀ ਮਿਲ ਜਾਂਦੀ ਸੀ, ਕਦੀ ਨਹੀਂ ਸੀ ਮਿਲਦੀ। ਜਦੋਂ ਮਿਲ ਜਾਂਦੀ ਸੀ ਦਿਹਾੜੀ ਲੱਗ ਜਾਂਦੀ ਸੀ, ਜਦੋਂ ਨਹੀਂ ਸੀ ਮਿਲਦੀ ਘਰ ਬੈਠਾ ਰਹਿੰਦਾ ਸੀ। ਯਾਨੀ ਜ਼ਿੰਦਗੀ ਦੇ ਇਹ ਵਿੱਚ ਬੜੇ ਬੁਰੇ ਵਕਤ ਹਾਲਾਤ ਦੇਖੇ। ਘਰ ਦੇ ਹਾਲਾਤ ਠੀਕ ਨਹੀਂ ਸੀ ਤੇ ਘਰੇਲੂ ਅਖਰਾਜਾਤ ਜ਼ਿਆਦਾ ਸੀ ਤੇ ਆਮਦਨ ਘੱਟ ਸੀ। ਇਹਦੀ ਆਪਣੀ ਬੀਵੀ ਦੇ ਨਾਲ ਲੜਾਈ ਝਗੜਾ ਰਹਿੰਦਾ ਸੀ। ਦੋਨਾਂ ਨੇ ਲੜਦੇ ਰਹਿਣਾ। ਬੀਵੀ ਨੇ ਖਰਚਾ ਮੰਗਣਾ, ਇਹਦੇ ਕੋਲ ਖਰਚਾ ਨਾ ਪੂਰਾ ਹੋਣਾ, ਕਿਉਂਕਿ ਦਿਹਾੜੀਦਾਰ ਬੰਦਾ ਜਿਹੜਾ ਜਦੋਂ ਉਹਦੀ ਦਿਹਾੜੀ ਲੱਗ ਜਾਏ ਫਿਰ ਤਾਂ ਪੈਸੇ ਲੈ ਆਉਂਦਾ, ਜਦੋਂ ਦਿਹਾੜੀ ਨਾ ਲੱਗੇ ਫਿਰ ਪੈਸੇ ਕਿੱਥੋਂ ਲਿਆਵੇ। ਤੇ ਇਹਦੀ ਬੀਵੀ ਤੇ ਦੋਨੋਂ ਆਪਸ ਵਿੱਚ ਹੀ ਲੜਦੇ ਰਹਿੰਦੇ। ਇਹਨਾਂ ਦਾ ਵਾਲਦ ਜਿਹੜਾ ਇੱਕ ਦਿਨ ਕਹਿੰਦਾ ਕਿ ਕੀ ਹੈ ਤੁਸੀਂ ਆਪਸ ਵਿੱਚ ਹੀ ਦੋਨੋਂ ਲੜਦੇ ਰਹਿੰਦੇ ਹੋ ਹਰ ਟਾਈਮ। ਅਨਮ ਨੂੰ ਕਹਿਣ ਲੱਗਾ ਕਿ ਤੂੰ ਇਸ ਤਰ੍ਹਾਂ ਕਰ, ਇੱਕ ਨਾਲ ਹੀ ਫੈਕਟਰੀ ਆ ਤੇ ਉਸ ਫੈਕਟਰੀ ਦੇ ਵਿੱਚ ਔਰਤਾਂ ਵੀ ਕੰਮ ਕਰਦੀਆਂ ਤੇ ਮੈਂ ਚਾਹੁੰਦਾ ਕਿ ਤੈਨੂੰ ਵੀ ਉੱਥੇ ਲਵਾ ਦਿਆਂ, ਚਲੋ ਤੁਹਾਡੇ ਘਰ ਦੇ ਹਾਲਾਤ ਠੀਕ ਹੋ ਜਾਣਗੇ। ਅਨਮ ਕਹਿਣ ਲੱਗੇ ਕਿ ਠੀਕ ਆ ਅੱਬੂ, ਅਗਰ ਤੁਸੀਂ ਬਿਹਤਰ ਸਮਝਦੇ ਹੋ, ਅਗਰ ਉੱਥੇ ਨੌਕਰੀ ਮਿਲ ਸਕਦੀ ਆ, ਅਗਰ ਔਰਤਾਂ ਵੀ ਉੱਥੇ ਹੈ ਤੇ ਮੈਨੂੰ ਵੀ ਲਵਾ ਦਿਓ। ਹੁਣ ਅਦੀਲ ਸ਼ਾਹ ਦਾ ਵਾਲਦ ਜਿਹੜਾ ਉਹਨੂੰ ਫੈਕਟਰੀ ਦੇ ਵਿੱਚ ਕਿਸੇ ਨੂੰ ਕਹਿ ਕੇ ਮੁਲਾਜ਼ਮਤ ਤੇ ਰਖਾਉਣ ਦਾ, ਉੱਥੇ ਨੌਕਰੀ ਉਹਨੂੰ ਮਿਲ ਜਾਂਦੀ ਆ। ਪਹਿਲੇ ਮਹੀਨੇ ਦੀ ਜਿਸ ਵੇਲੇ ਤਨਖਾਹ ਆਉਂਦੀ ਆ, ਬੜਾ ਉਹਨਾਂ ਦਾ ਸਰਕਲ ਸਿੱਧਾ ਹੋ ਗਿਆ, ਗੁਜ਼ਾਰਾ ਹੋਣ ਲੱਗ ਪਿਆ, ਅੱਛਾ ਖਾਣ ਲੱਗ ਪਏ। ਤੇ ਉਸ ਤੋਂ ਬਾਅਦ ਹੌਲੀ ਹੌਲੀ ਉਸ ਫੈਕਟਰੀ ਦੇ ਵਿੱਚ ਇੱਕ ਆਸਫ ਨਾਮੀ ਲੜਕਾ ਸੀ ਜਿਹੜਾ ਕੁੜੀਆਂ ਦਾ ਬੜਾ ਕਾਰੀ ਸੀ। ਉਹ ਲੜਕਾ ਜਿਹੜਾ ਸੀ ਹਰ ਆਉਣ ਵਾਲੀ ਕੁੜੀ ਨੂੰ ਫਸਾ ਲੈਂਦਾ ਸੀ। ਇਹ ਅਨਮ ਜਿਸ ਵੇਲੇ ਜਾਂਦੀ ਹੈ ਇਹਦੇ ਨਾਲ ਵੀ ਉਹਦੀ ਦੁਆ ਸਲਾਮ ਹੋ ਜਾਂਦੀ ਹੈ। ਆਸਤਾ ਆਸਤਾ ਕਦੇ ਇਹਨੂੰ ਪੀਜ਼ਾ ਮੰਗਾ ਦੇਣਾ, ਕਦੇ ਬਰਗਰ ਮੰਗਾ ਦੇਣਾ, ਕਦੇ ਬੋਤਲ ਮੰਗਾ ਦੇਣੀ। ਇਸ ਤਰ੍ਹਾਂ ਇਹਦੇ ਨਾਲ ਨਾ ਉਹਨੇ ਤਾਲੁਕਾਤ ਬਣਾ ਲਏ। ਉਸ ਤੋਂ ਬਾਅਦ ਮੁਲਾਜ਼ਮ ਨੂੰ ਕਹਿਣਾ ਜਾ ਇਹਨੂੰ ਘਰ ਛੱਡ ਆ, ਲੈ ਆ। ਇਸ ਤਰ੍ਹਾਂ ਆਉਣਾ ਜਾਣਾ ਸ਼ੁਰੂ ਹੋ ਗਿਆ। ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਨਮ ਨੇ ਅਦੀਲ ਸ਼ਾਹ ਜਦੋਂ ਇਹਨੂੰ ਲੈਣ ਆਇਆ ਤੇ ਆਸਫ ਦੇ ਨਾਲ ਵੀ ਮੁਲਾਕਾਤ ਕਰਵਾ ਦਿੱਤੀ ਔਰ ਦੱਸਿਆ ਕਿ ਇਹ ਬਹੁਤ ਅੱਛਾ ਬੰਦਾ ਆ। ਇਸ ਤਰ੍ਹਾਂ ਆਸਫ ਦਾ ਇਹਨਾਂ ਦੇ ਘਰ ਵੀ ਫਿਰ ਆਉਣਾ ਜਾਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਦੀਲ ਸ਼ਾਹ ਦਾ ਇੱਕ ਭਰਾ ਆ ਉਸਾਮਾ, ਉਹਦੀ ਬੀਵੀ ਆ, ਉਹ ਦੇਖਦੀ ਆ ਕਿ ਅਨਮ ਅੰਦਰ ਵੜ ਕੇ ਫੋਨ ਤੇ ਗੱਪਾਂ ਛੱਪਾਂ ਬਹੁਤ ਲਾਉਂਦੀ ਰਹਿੰਦੀ ਹੈ। ਹੁਣ ਉਸਾਮਾ ਦੀ ਬੀਵੀ ਜਿਹੜੀ ਆ ਅਦੀਲ ਸ਼ਾਹ ਨੂੰ ਕਹਿੰਦੀ ਆ ਕਿ ਚੈੱਕ ਕਰ ਆਪਣੀ ਬੀਵੀ ਨੂੰ, ਇਹ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ, ਕਿਹਦੇ ਨਾਲ ਗੱਲਾਂ ਕਰਦੀ ਰਹਿੰਦੀ ਹੈ। ਅਦੀਲ ਸ਼ਾਹ ਕਹਿੰਦਾ ਆਪਣੀ ਬੇਗਮ ਨੂੰ ਕਿ ਮੈਨੂੰ ਫੋਨ ਦਿਖਾ, ਮੈਨੂੰ ਫੋਨ ਦੇ। ਇਹ ਕਹਿੰਦਾ ਕਿ ਮੈਂ ਤੈਨੂੰ ਫੋਨ ਨਹੀਂ ਦੇਣਾ ਹੈਗਾ। ਤੇ ਉਹ ਕਹਿੰਦਾ ਕਿਉਂ ਨਹੀਂ ਦੇਣਾ ਹੈਗਾ, ਮੈਂ ਤੇਰਾ ਸ਼ੌਹਰ ਨਹੀਂ ਹੈਗਾ। ਇਹ ਕਹਿੰਦੀ ਨਹੀਂ ਮੈਂ ਨਹੀਂ ਦੇਣਾ ਹੈਗਾ। ਖੈਰ ਇਸ ਤਰ੍ਹਾਂ ਇਹਨਾਂ ਦੀ ਤੂੰ ਮੈਂ ਲੜਾਈ ਹੋ ਜਾਂਦੀ ਹੈ, ਮੋਬਾਈਲ ਨਹੀਂ ਦਿੰਦੀ ਹੈਗੀ। ਉਸ ਤੋਂ ਬਾਅਦ ਫਿਰ ਦੂਸਰੇ ਦਿਨ ਜਿਸ ਵੇਲੇ ਇਹ ਡਿਊਟੀ 'ਤੇ ਅਨਮ ਜਾਂਦੀ ਆ, ਜਾ ਕੇ ਅਦੀਲ ਸ਼ਾਹ ਦੀਆਂ ਜਿਹੜੀਆਂ ਵੀ ਗੱਲਾਂ ਉਹਨੇ ਕੀਤੀਆਂ ਆਸਫ ਨੂੰ ਦੱਸਦੀ ਆ ਕਿ ਇਸ ਤਰ੍ਹਾਂ ਆਸ ਤੇਰੇ ਬਾਰੇ ਦੇ ਵਿੱਚ ਅਦੀਲ ਸ਼ਾਹ ਕਹਿੰਦਾ ਆ। ਇਹ ਦੋਨੋਂ ਇਸ ਤਰ੍ਹਾਂ ਰਲ ਗਏ ਸੀ ਕਿ ਇੱਕ ਦੂਜੇ ਤੋਂ ਬਗੈਰ ਗੁਜ਼ਾਰਾ ਨਹੀਂ ਸੀ ਇਹਨਾਂ ਦਾ ਹੁੰਦਾ। ਹੁਣ ਦੋਨੋਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ। ਹੁਣ ਇਹਨਾਂ ਨੇ ਸੋਚਿਆ ਕਿ ਹੁਣ ਆਪਾਂ ਕੀ ਕਰੀਏ, ਇੱਕ ਦੂਜੇ ਤੋਂ ਬਗੈਰ ਰਹਿ ਵੀ ਨਹੀਂ ਸਕਦੇ। ਆਸਫ ਨੂੰ ਜਦੋਂ ਇਹਨੇ ਸਾਰੀਆਂ ਗੱਲਾਂ ਜਾ ਕੇ ਦੱਸੀਆਂ ਤੇ ਫਿਰ ਅਨਮ ਕਹਿਣ ਲੱਗੀ ਕਿ ਇਹਦਾ ਕੁਝ ਬੰਦੋਬਸਤ ਕਰਨਾ ਹੀ ਪੈਣਾ। ਇਹਨਾਂ ਨੇ ਫਿਰ ਪਲਾਨਿੰਗ ਬਣਾਈ। 14 ਜੂਨ ਨੂੰ ਰਾਤ ਨੂੰ 10 ਵਜੇ ਅਨਮ ਜਿਹੜੀ ਆ ਇਹ ਗੋਲੀਆਂ ਜਿਹੜੀਆਂ ਉਹ ਨੀਂਦੀਆਂ ਲਿਆ ਕੇ ਦੇ ਦਿੰਦਾ ਤੇ ਚਾਹ ਦੇ ਵਿੱਚ ਪਾ ਕੇ, ਤੇ ਜਦੋਂ ਇਹ ਅਦੀਲ ਡਿਊਟੀ ਤੋਂ ਆਉਂਦਾ ਉਹਨੂੰ ਚਾਹ ਦੇ ਵਿੱਚ ਗੋਲੀਆਂ ਪਾ ਕੇ ਤੇ ਖਵਾ ਦਿੱਤੀਆਂ
ਜਾਂਦੀਆਂ ਨੇ। ਉਸ ਤੋਂ ਬਾਅਦ ਉਹਨੂੰ ਨੀਂਦ ਦੀ ਘੁੱਗੀ ਚੜ੍ਹ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਆਸਫ ਆ ਨਾ, ਉਹ ਫਿਰ ਰਾਤ ਨੂੰ 10 ਵਜੇ ਆਉਂਦਾ, ਆ ਕੇ ਦਰਵਾਜ਼ਾ ਖੜਕਾਉਂਦਾ। ਅਨਮ ਦਾ ਸਹੁਰਾ ਜਿਹੜਾ ਅਦੀਲ ਦਾ ਵਾਲਦ, ਉਹ ਸੇਨ ਦੇ ਵਿੱਚ ਪਿਆ ਹੁੰਦਾ। ਉਹ ਕਹਿੰਦਾ ਕੌਣ ਆ? ਉਹ ਕਹਿੰਦਾ ਮੈਂ ਆਸਫ ਹਾਂ, ਮੈਂ ਕਿਤੇ ਜ਼ਰਾ ਕੰਮ ਜਾਣਾ, ਅਦੀਲ ਨੂੰ ਬੁਲਾ ਦਿਓ। ਤੇ ਅਦੀਲ ਦਾ ਵਾਲਦ ਜਿਹੜਾ ਅਦੀਲ ਕੋ ਗਿਆ, ਜਾ ਕੇ ਕਹਿੰਦਾ ਕਿ ਤੈਨੂੰ ਬਾਹਰ ਆਸਫ ਸਾਦਾ ਆ ਤੇ ਤੂੰ ਉਹਦੇ ਨਾਲ ਚਲਾ ਜਾ, ਦੇਖ ਕੀ ਕਹਿੰਦਾ, ਉਹਦੀ ਗੱਲ ਸੁਣ। ਅਦੀਲ ਨੂੰ ਕਿਹਾ ਕਿ ਯਾਰ ਜ਼ਰਾ ਮੈਂ ਕੰਮ ਜਾਣਾ, ਮੋਟਰਸਾਈਕਲ ਦੇ ਮਗਰ ਬੈਠ, ਤੇ ਮੈਂ ਕਹਿੰਦਾ ਸੀ ਕਿ ਇਕੱਲਾ ਨਾ ਜਾਵਾਂ ਤੇ ਨਾਲ ਤੈਨੂੰ ਲੈ ਜਾ। ਅਦੀਲ ਨੂੰ ਹੁਣ ਨੀਂਦ ਦੀ ਘੂਕੀ ਚੜੀ ਹੁੰਦੀ ਹੈ, ਉਹਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਹੁੰਦੀਆਂ। ਹੁਣ ਆਸਫ ਮੋਟਰਸਾਈਕਲ ਦੇ ਬਿਠਾਉਂਦਾ ਤੇ ਲੈ ਜਾਂਦਾ ਇੱਕ ਜੰਗਲ ਦੇ ਵਿੱਚ, ਰਾਤ ਨੂੰ 12 ਵਜੇ ਲਿਜਾ ਕੇ, ਤੇ ਉੱਥੇ ਜਦੋਂ ਦੇਖਿਆ ਉਹ ਤਾਂ ਅੱਗੇ ਬੇਹੋਸ਼ ਹੋਇਆ ਹੁੰਦਾ, ਡਿੱਗਦਾ ਹੁੰਦਾ, ਨੀਂਦ ਦੀ ਘੂਕੀ ਚੜੀ ਹੁੰਦੀ ਆ, ਗੋਲੀਆਂ ਦਿੱਤੀਆਂ ਹੁੰਦੀਆਂ। ਉਸ ਤੋਂ ਬਾਅਦ ਫਿਰ ਜਿਸ ਵੇਲੇ ਇਹ ਉੱਥੇ ਉਤਰਦੇ ਆ, ਉਹਦੇ ਉੱਤੇ ਪੈਟਰੋਲ ਮੁਬੱਯਨਾ ਤੌਰ ਤੇ ਛਿੜਕ ਕੇ ਉਹਨੂੰ ਅੱਗ ਲਾ ਦਿੰਦਾ। ਜਿਸ ਵੇਲੇ ਅੱਗ ਲਾਉਣ ਦਾ ਆਪ ਉੱਥੋਂ ਨਿਕਲ ਜਾਂਦਾ ਆਸਫ, ਇੱਕ ਰਾਹਗੀਰ ਗੁਜ਼ਰਦਾ, ਉਹ ਦੇਖਦਾ ਕਿ ਬੰਦਾ ਤੜਫ ਰਿਹਾ, ਉਹਨੂੰ ਅੱਗ ਲੱਗੀ ਆ। ਫੌਰਨ 15 ਤੇ ਕਾਲ ਕਰਦਾ। ਪੁਲਿਸ ਜਿਹੜੀ ਆ ਜਾਂਦੀ ਆ ਔਰ ਇਹਨੂੰ ਚੁੱਕਦੀ ਆ, ਰਾਏਵਿੰਡ ਇੰਡਸ ਹਸਪਤਾਲ ਆ, ਉੱਥੇ ਲੈ ਕੇ ਜਾਇਆ ਜਾਂਦਾ। ਲਿਜਾ ਕੇ ਉੱਥੇ ਇਹਦੀ ਮਰਹਮ ਪੱਟੀ ਕੀਤੀ ਜਾਂਦੀ ਹੈ। ਇਹਨੂੰ ਜਦੋਂ ਹੋਸ਼ ਆਉਂਦੀ ਹੈ, ਘਰ ਵੀ ਇਤਲਾਹ ਦਿੱਤੀ ਜਾਂਦੀ ਆ। ਇਹਦਾ ਵਾਲਦ ਆ ਜਾਂਦਾ ਔਰ ਵਾਲਦ ਫਿਰ ਪੁੱਛਦਾ ਕਿ ਇਹ ਸਾਰਾ ਵਾਕਿਆ ਕਿਹਨੇ ਕੀਤਾ, ਕਿੱਦਾਂ ਹੋਇਆ ਵਕੂਆ। ਤੇ ਉਹਨੇ ਦੱਸਿਆ ਕਿ ਮੈਨੂੰ ਜਦੋਂ ਆਸਫ ਮੋਟਰਸਾਈਕਲ ਤੇ ਲੈ ਕੇ ਗਿਆ, ਉਹਨੇ ਲਿਜਾ ਕੇ ਮੇਰੇ ਉੱਤੇ ਪੈਟਰੋਲ ਸੁੱਟਿਆ ਔਰ ਮੇਰੇ ਉੱਤੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਗਈ। ਇਸ ਤਰ੍ਹਾਂ ਫਿਰ ਜਿਹੜੀ ਪੁਲਿਸ ਸੀ, ਇਹਨੂੰ ਥਾਣਾ ਰਾਜਾ ਜੰਗ ਦੀ ਸੀ, SHO ਜਿਹੜੇ ਸੀ ਅਲੀ ਅਕਬਰ ਆਪਣੀ ਟੀਮ ਦੇ ਹਮਰਾਹ ਪੂਰੀ ਨਫਰੀ ਲੈ ਕੇ ਉੱਥੇ ਪਹੁੰਚੇ ਔਰ ਫਿਰ ਇਸ ਬੰਦੇ ਦਾ ਬਿਆਨ ਰਿਕਾਰਡ ਕੀਤਾ ਗਿਆ। ਪਹਿਲਾਂ ਤੋਂ ਪਰਚਾ ਦੂਸਰਾ ਦਰਜ ਕੀਤਾ ਗਿਆ। ਫਿਰ 5 ਦਿਨ ਇਸ ਬੰਦੇ ਦਾ ਇਲਾਜ ਜਾਰੀ ਰਿਹਾ। 5 ਦਿਨ ਬਾਅਦ ਫਿਰ ਇਹ ਬੰਦਾ ਅੱਲਾ ਨੂੰ ਪਿਆਰਾ ਹੋ ਜਾਂਦਾ, ਅਦੀਲ ਸ਼ਾਹ। ਤੇ ਉਸ ਤੋਂ ਬਾਅਦ ਫਿਰ ਪੁਲਿਸ ਇੱਕ 302 ਦੀ ਵੀ ਦਫਾ ਇਸ ਪਰਚੇ ਦੇ ਵਿੱਚ ਐਡ ਕਰ ਦਿੰਦੀ ਆ ਔਰ ਪੁਲਿਸ ਨੇ ਫਿਰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਪਰਚੇ ਦਾ ਮੁਦਈ ਜਿਹੜਾ ਅਦੀਲ ਸ਼ਾਹ ਦਾ ਵਾਲਦ ਇਕਬਾਲ ਸ਼ਾਹ ਬਣਿਆ ਔਰ ਇਸ ਪਰਚੇ ਦੇ ਵਿੱਚ ਨਾਮਜ਼ਦ ਮੁਲਜ਼ਮਾਨ ਦੇ ਜਿਨ੍ਹਾਂ ਦੇ ਨਾਮ ਰੱਖੇ ਗਏ, ਇੱਕ ਆਸਫ ਔਰ ਅਨਮ, ਇਹਨਾਂ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਬੰਦ ਕਰ ਦਿੱਤਾ। ਹੁਣ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਣਗੇ, ਕਿਉਂਕਿ ਅਦੀਲ ਸ਼ਾਹ ਤਾਂ ਫੌਤ ਹੋ ਗਿਆ, ਲੇਕਿਨ ਉਸ 3 ਬੱਚਿਆਂ ਦਾ ਕੀ ਬਣੇਗਾ ਜਿਹੜੇ ਹੁਣ ਦਾਦਾ ਦੇ ਕੋਲ ਨੇ। ਦਾਦਾ ਕਹਿੰਦਾ ਮੈਂ ਇਹਨਾਂ ਬੱਚਿਆਂ ਨੂੰ ਪਾਲਾਂਗਾ। ਇਹਨਾਂ ਦੀ ਮਾਂ ਜਿਹੜੀ ਹੈ ਜੇਲ੍ਹ ਚਲੇ ਗਈ, ਵਾਲਦ ਜਿਹੜਾ ਉਹ ਅੱਲਾ ਨੂੰ ਪਿਆਰਾ ਹੋ ਗਿਆ। ਹੁਣ ਬੱਚੇ ਜਿਹੜੇ ਆ ਦੁਨੀਆ ਦੀਆਂ ਠੋਕਰਾਂ ਖਾਣੇ ਵਾਸਤੇ ਰਹਿ ਗਏ ਨੇ। ਇਹ ਇੱਕ ਅਨਮ ਨੇ ਬਹੁਤ ਬੜਾ ਗਲਤ ਕਦਮ ਉਠਾਇਆ ਕਿ ਇੱਕ ਗੁਰਬਤ ਵਾਲੇ ਘਰ ਦੇ ਵਿੱਚੋਂ ਉੱਠ ਕੇ ਤੇ ਆਸਫ ਦੇ ਜਾਲ ਦੇ ਵਿੱਚ ਫਸ ਗਈ। ਉਹਨੇ ਐਸਾ ਜਾਲ ਦੇ ਵਿੱਚ ਫਸਾਇਆ ਕਿ ਆਪ ਵੀ ਫਸ ਗਿਆ ਤੇ ਇਹਨੂੰ ਵੀ ਫਸਾ ਦਿੱਤਾ। ਤੇ ਇਹ ਇੱਕ ਦਿਲਖਰਾਸ਼ ਵਾਕਿਆ ਸੀ। ਇਸ ਵਾਕਿਏ ਦੇ ਬਾਰੇ ਦੇ ਵਿੱਚ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਨਾਲ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦੇਣਾ। ਅਗਰ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫਾਲੋ ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ। ਅਸਲਾਮੁ ਅਲੈਕੁਮ व रहमतुल्लाहि व बरकातुहू।